प्रभ दातो दातार परयो जाचक एक सरना। मिलै दान संतरे न जहे लग भव जल तरना। बिनत करो अरदास सुनो जे ठाकुर पावै। देहो दर्श मन चाओ भगत एहो मन ठहरावै। बलियो चिराग अंधियार मह सब कल उधरी एक नाम धर्म। प्रगट सगल हर भवन मह जन नानक गुर पार ब्रह्म। एक मन पुरख ध्याए बर दाता संत सहार सदा विख्याता। तास चरण ले हृदय बसावो तो परम गुरु नानक गुण गावो। गावो गुण परम गुरु सुख सागर। दुर्त निवारण शब्द सरे गावै गंभीर धीर मत सागर। जोगी जंगम ध्यान धरे गावै इंद्राद भगत प्रहलादक। आत्म रस जिन जाण्यो कब कल सुजस गावो गुर नानक। राज जोग जिन माण्यो हम अवगुण भरे एक गुण नाहि। अमृत छाड़ बिख बिख माया मोह परम पै भूले। सुत दारा स्यों प्रीत एक उत्तम पंथ सुन्यो गुर संगत। तिह मिलंत जम त्रास मिटाई। एक अरदास पाठ कीरत की गुर रामदास राखो। सो कहो टल गुर सेवियै अहनस सहज सुपाए। दर्शन परस गुरु कै जन्म मरण दुख जाय। होवै सिफत खसंबंधी दूर अर सोह कुर सोह चटिया। तुद डठे सच्चे पातशाह मल जन्म जन्म दे कटिया। सज्जन सच्चा पातशाह सिर साहांदै साहो। जिस पास बैठिया सोहिया सबना दा वेसाहो। सतनाम श्री वाहिगुरु साहिब जी। बिलावल अष्टपदिया महला पहला। घर दसवा एक ओंकार। सतगुर प्रसाद निकट वसै दिखै सब कोई। गुरमुख विरला बूझै कोई। निकट वसै दिखै सब सोई। गुरमुख विरला बूझै कोई। विण पै पै भगत न होई।
ਸ਼ਬਦ ਰਤੇ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ। ਗਿਆਨ ਧਿਆਨ ਕਥਾ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ। ਕਥ ਕਹਿਣ ਤੇ ਰਹਿ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ। ਸਾਚੇ ਰਹਿਤ ਸਾਚਾ ਮਨ ਸੋਈ। ਮਨ ਮੁਖ ਕਥਨੀ ਹੈ ਪਰ ਰਹਿਤ ਨ ਹੋਈ। ਨਾ ਵਹੁ ਭੂਲੇ ਥਾਉ ਨ ਕੋਈ। ਮਨ ਮਾਇਆ ਬੰਧਿਓ ਸਰ ਜਾਲ। ਘਟ ਘਟ ਵਿਆਪ ਰਹਿਓ ਬਿਖ ਨਾਲ। ਜੋ ਆਂਜੈ ਸੋ ਦੀਸੈ ਕਾਲ। ਕਾਰਜ ਸੀਧੋ ਹਿਰਦੈ ਸਮਾਲ। ਸੋ ਗਿਆਨੀ ਜਨ ਸ਼ਬਦ ਲਿਵ ਲਾਈ। ਮਨ ਮੁਖ ਹਉਮੈ ਪਤ ਗਵਾਈ। ਆਪੇ ਕਰਤੈ ਭਗਤ ਕਰਾਈ। ਗੁਰਮੁਖ ਆਪੇ ਦੇ ਵਡਿਆਈ। ਰੈਣ ਅੰਧਾਰੇ ਨਿਰਮਲ ਜੋਤ। ਨਾਮ ਬਿਨਾ ਝੂਠੇ ਕੁਚਲ ਕਛੋਤ। ਵੇਦ ਪੁਕਾਰੈ ਭਗਤ ਸਰੋਤ। ਸੁਣ ਸੁਣ ਮਨ ਵੇਖੈ ਜੋਤ। ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ। ਗੁਰਮੁਖ ਸ਼ਾਂਤ ਊਤਮ ਕਰਾਮੰ। ਮਨ ਮੁਖ ਜੋਨੀ ਦੁਖ ਸਹਾਮੰ। ਬੰਧਨ ਟੂਟੇ ਇਕ ਨਾਮ ਵਸਾਮੰ। ਮੰਨੇ ਨਾਮ ਸੱਚੇ ਪਤ ਪੂਜਾ। ਕਿਸ ਵੇਖਾ ਨਾਹੀ ਕੋ ਦੂਜਾ। ਦੇਖ ਕਹੋ ਭਾਵੈ ਮਨ ਸੋਇ। ਨਾਨਕ ਕਹੈ ਅਵਰ ਨਹੀਂ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰਦੇਵ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਗੁਰਦੇਵ ਦੀ ਤੁਰਕੀ ਬਾਣੀ, ਅਕਾਲੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਰੱਬੀ ਬਾਣੀ ਦੇ ਕੀਰਤਨ ਜਿੱਥੇ ਆਪ ਜੀ ਨੇ ਸਰਵਣ ਕੀਤੇ ਹਨ, ਗੁਰਬਾਣੀ ਦੀ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ, ਸਾਵਧਾਨ ਹੋ ਕੇ ਆਪ ਜੀ ਜੁੜ ਬੈਠੇ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਗੁਰਬਾਣੀ ਦੀ ਕਥਾ ਪਰਮੇਸ਼ਰ ਦੀ ਕਥਾ ਹੈ, ਹਰੀ ਦੀ ਕਥਾ ਹੈ, ਇਸੇ ਕਰਕੇ ਉੱਤਮ ਹੈ। ਗੁਰਬਾਣੀ ਦੀ ਕਥਾ ਅਨੁਸਾਰ ਜਦੋਂ ਅਸੀਂ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰਦੇ ਹਾਂ ਤਾਂ ਸਾਡਾ ਇਹ ਜੀਵਨ ਦਾ ਪੰਧ ਸੁਖਾਲਾ ਹੋ ਜਾਂਦਾ ਹੈ। ਇਸ ਹਾਲਤ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ ਔਰ ਅੱਗੇ ਪਲਤ ਵਿੱਚ ਵੀ ਸਤਿਗੁਰੂ ਜੀ ਸੁਖ ਦਾ ਦਾਨ ਪ੍ਰਦਾਨ ਕਰਕੇ ਪਲਤ ਵੀ ਸਵਾਰ ਦਿੰਦੇ ਹਨ। ਅੱਜ ਦਾ ਪਾਵਨ ਸ੍ਰੀ ਮੁਖਵਾਕ
ਹੁਕਮਨਾਮਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਕੁਝ ਸਮੇਂ ਲਈ ਮਨ ਬਿਰਤੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਬਿਲਾਵਲ ਹੈ ਔਰ ਰਾਗ ਬਿਲਾਵਲ ਦੀਆਂ ਅਸ਼ਟਪਦੀਆਂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਘਰ ਦਸਵੇਂ ਵਿੱਚ ਇਹਨਾਂ ਪਾਵਨ ਅਸ਼ਟਪਦੀਆਂ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਅਕਾਲ ਪੁਰਖ ਇੱਕ ਅਦੁੱਤੀ ਹੈ, ਜਿਸ ਦਾ ਸਾਨੀ ਕੋਈ ਦੂਸਰਾ ਨਹੀਂ। ਓੰਕਾਰ ਉਸੇ ਇੱਕ ਦਾ ਹੀ ਇਹ ਸਾਰਾ ਪਸਾਰਿਆ ਹੋਇਆ ਪਸਾਰਾ ਹੈ। ਓੰਕਾਰ ਦਾ ਮਤਲਬ ਹੈ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ। ਪੈਦਾ ਕਰਦਾ ਹੈ, ਉਤਪਤੀ ਕਰਦਾ ਹੈ, ਪਾਲਣਾ ਕਰਦਾ ਤੇ ਸੰਘਾਰ ਵੀ ਕਰਦਾ। ਜੋ ਇਹਨਾਂ ਤਿੰਨਾਂ ਸ਼ਕਤੀਆਂ ਦੇ ਸਹਿਤ ਸੰਪੰਨ ਹੈ ਉਹਨੂੰ ਕਹਿੰਦੇ ਨੇ ਓੰਕਾਰ। ਓੰਕਾਰ ਦਾ ਅਰਥ ਸਭ ਦਾ ਜੋ ਪ੍ਰਕਾਸ਼ਕ ਹੈ। ਜਿਤਨੇ ਸੰਸਾਰ ਦੇ ਜੀ ਜੰਤ ਨੇ ਇਹਨਾਂ ਸਾਰਿਆਂ ਵਿੱਚ ਜਿਹੜਾ ਪ੍ਰਕਾਸ਼ ਹੈ ਉਹ ਓੰਕਾਰ ਦੇ ਨੂਰ ਦਾ ਹੈ। ਇਸੇ ਨੂੰ ਮਹਾਰਾਜ ਜੀ ਨੇ ਭਗਤ ਜੀ ਨੇ ਕਿਹਾ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਓੰਕਾਰ ਦਾ ਹੀ ਉਹ ਨੂਰ ਹੈ ਜਿਸ ਤੋਂ ਸਾਰੇ ਜਗਤ ਦੇ ਜੀਵਾਂ ਦੀ ਉਤਪਤੀ ਹੋਈ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਖਾਲਸਾ ਜੀ, ਜੋ ਮਿਲੇਗਾ ਗੁਰੂ ਦੀ ਕਿਰਪਾ ਨਾਲ ਹੀ ਮਿਲੇਗਾ। ਮਤ ਕਿਸੇ ਦੇ ਮਨ 'ਚ ਭਰਮ ਤੇ ਭੁਲੇਖਾ ਹੋਵੇ ਕਿ ਮੈਂ ਸਾਧਨਾ ਕਰਦਾ ਹਾਂ, ਮੈਂ ਬੜੀ ਪਾਠ ਪੂਜਾ ਕਰਦਾ ਹਾਂ, ਮੈਂ ਬੜੇ ਚੰਗੇ ਭਲੇ ਕੰਮ ਕਰਦਾ ਹਾਂ ਤੇ ਮੇਰੇ ਇਹਨਾਂ ਕੀਤੇ ਹੋਏ ਕਰਮਾਂ ਕਰਕੇ ਮੈਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਵੇਗੀ, ਤਾਂ ਇਹ ਬੜਾ ਵੱਡਾ ਭੁਲੇਖਾ ਹੈ, ਭਰਮ ਹੈ। ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਹੋਣੀ ਹੈ। ਬਿਨਾਂ ਗੁਰੂ ਦੀ ਕਿਰਪਾ ਤੋਂ ਪਰਮੇਸ਼ਰ ਦੇ ਸਰੂਪ ਤੇ ਅਭੇਦਤਾ ਨਹੀਂ ਹੋਣੀ। ਇਸ ਕਰਕੇ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਉਸ ਪਰਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਵੇਗੀ। ਨਿਕਟ ਵਸੈ ਦੇਖੈ ਸਭ ਸੋਈ। ਉਹ ਕੋਲ ਵਸਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡੇ ਤੋਂ ਦੂਰ ਨਹੀਂ ਹੈ, ਸਾਡੇ ਸਾਰਿਆਂ ਦੇ ਨੇੜੇ ਵਸਦਾ ਹੈ। ਸਾਡੇ ਅੰਤःਕਰਨ ਦੀ ਸੇਜਾ ਤੇ ਉਹ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਬਿਰਾਜਮਾਨ ਹੈ। ਉਹ ਸਾਡੇ ਅੰਤःਕਰਨ ਵਿੱਚ ਭਰਿਆ ਹੋਇਆ ਹੈ। ਸਾਡੇ ਗਿਆਨ ਇੰਦਰੇ, ਕਰਮ ਇੰਦਰੇ ਉਸੇ ਦੀ ਚੇਤਨਤਾ ਕਰਕੇ ਚੱਲ ਰਹੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਸਾਡੇ ਸਾਰਿਆਂ ਦੇ ਨਿਕਟ ਵਸੈ, ਨੇੜੇ ਵਸਦਾ। ਔਰ ਜਦੋਂ ਉਹ ਨੇੜੇ ਵਸਦਾ ਤੇ ਫਿਰ ਦੇਖੈ ਸਭ ਸੋਈ। ਹਰ ਇੱਕ ਚੀਜ਼ ਦੇ ਉੱਤੇ ਉਹਦੀ ਨਿਗਾਹ, ਜੋ ਅਸੀਂ ਕਰ ਰਹੇ ਹਾਂ ਉਹ ਵੇਖ ਰਿਹਾ ਹੈ। ਇਹ ਗੱਲ ਕਿਤੇ ਸਾਨੂੰ ਸਮਝ ਪੈ ਜਾਏ ਕਿ ਜੋ ਅਸੀਂ ਕਰ ਰਹੇ ਹਾਂ ਉਹ ਵੇਖ ਰਿਹਾ। ਜੇ ਗੱਲ ਸਮਝ ਪੈ ਜੇ ਬੰਦੇ ਨੂੰ ਤੇ ਮਾੜੇ ਭੈੜੇ ਕਰਮਾਂ ਤੋਂ ਛੁੱਟ ਜਾਏ।
ਬੰਦਾ ਪਾਪ ਕਦੋਂ ਕਰਦਾ ਹੈ, ਮਾੜੇ ਭੈੜੇ ਕਰਮ ਕਦੋਂ ਕਰਦਾ ਤੇ ਕਦੋਂ ਸੋਚਦਾ ਹੈ? ਜਦੋਂ ਇਹ ਵੇਖਦਾ ਵੀ ਮੈਨੂੰ ਕੋਈ ਨਹੀਂ ਵੇਖ ਰਿਹਾ, ਮੈਂ ਸੁਤੰਤਰ ਹਾਂ, ਮੇਰੇ ਤੇ ਕਿਸੇ ਦਾ ਕੁੰਡਾ ਨਹੀਂ ਹੈ, ਮੇਰੇ ਤੇ ਕਿਸੇ ਦੀ ਨਿਗਾਹ ਨਹੀਂ ਹੈ, ਉਦੋਂ ਫਿਰ ਇਹ ਬੰਦਾ ਆਪ ਹੁਦਰੀਆਂ ਕਰਦਾ ਹੈ। ਪਰ ਜਦੋਂ ਇਹ ਗੱਲ ਸਮਝ ਪੈ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਸਾਨੂੰ ਵੇਖ ਰਹੇ ਨੇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸਾਡੇ ਤੇ ਨਿਗਾਹ ਹੈ, ਤਾਂ ਫਿਰ ਇਹ ਝੂਠ ਬੋਲਣ ਤੋਂ ਬਚ ਜਾਏ, ਨਿੰਦਾ ਕਰਨ ਤੋਂ ਬਚ ਜਾਏ, ਚੁਗਲੀ ਕਰਨ ਤੋਂ ਬਚ ਜੇ ਵੀ ਮੇਰੇ ਸਤਿਗੁਰੂ ਜੀ ਵੇਖਦੇ ਨੇ। ਜੇ ਮੈਂ ਨਿੰਦਾ ਚੁਗਲੀ ਕੀਤੀ ਤੇ ਸਤਿਗੁਰਾਂ ਨੂੰ ਕੀ ਮੂੰਹ ਵਿਖਾਵਾਂਗਾ? ਕਿੰਨੇ ਭੈੜੇ ਕਰਮਾਂ ਤੋਂ ਇਹ ਬਚ ਸਕਦਾ। ਇਸ ਕਰਕੇ ਇਹ ਗੱਲ ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਜਾਣੀ ਚਾਹੀਦੀ ਹੈ ਕਿ ਨਿਕਟ ਵਸੈ ਦੇਖੈ ਸਭ ਸੋਈ। ਉਹ ਕੋਲ ਵਸਦਾ ਔਰ ਸਭ ਕੁਝ ਵੇਖਦਾ ਹੈ, ਉਹਦੀ ਹਰ ਸਾਡੇ ਕਰਮ ਦੇ ਉੱਤੇ ਨਿਗਾਹ। ਬਾਹਰੋਂ ਸਰੀਰ ਕਰਕੇ ਜੋ ਕਰਦੇ ਆ ਉਹ ਤਾਂ ਵੇਖ ਹੀ ਰਿਹਾ, ਪਰ ਜੋ ਅਸੀਂ ਮਨ ਕਰਕੇ ਸੋਚਦੇ ਹਾਂ, ਮਨ ਕਰਕੇ ਚਿਤਵਦੇ ਹਾਂ, ਉਹ ਵੀ ਵੇਖ ਰਿਹਾ। ਆਖੋ ਸਤਿਨਾਮ। ਵਾਹਿਗੁਰੂ ਜੀ। ਜੋ ਅਸੀਂ ਮਨ 'ਚ ਸੋਚ ਲਿਆ ਤੇ ਮਨ 'ਚ ਫੁਰਨਾ ਕਰ ਲਿਆ, ਮਾਲਕ ਉਹ ਵੀ ਵੇਖਦਾ ਕਿ ਇਹਨੇ ਆਪਣੇ ਮਨ ਵਿੱਚ ਆਹ ਫੁਰਨਾ, ਆਹ ਸੰਕਲਪ ਵਿਕਲਪ ਕੀਤਾ। ਜੇ ਉਹ ਚੰਗਾ ਸੰਕਲਪ ਕੀਤਾ ਤਾਂ ਵੀ ਵੇਖ ਰਿਹਾ, ਜੇ ਕੋਈ ਮਾੜਾ ਫੁਰਨਾ ਕਫੁਰਨਾ ਕੀਤਾ ਤੇ ਤਾਂ ਵੀ ਵੇਖ ਰਿਹਾ। ਉਹ ਸਾਡੇ ਹਰ ਇੱਕ ਪ੍ਰਕਾਰ ਦੇ ਕਰਮ ਨੂੰ ਵੇਖ ਰਿਹਾ ਹੈ। ਗੁਰਮੁਖ ਵਿਰਲਾ ਬੂਝੈ ਕੋਈ। ਪਰ ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਬੁੱਝਦਾ ਹੈ। ਕਿਸੇ ਵਿਰਲੇ ਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ। ਕੋਈ ਵਿਰਲਾ ਗੁਰਮੁਖ ਹੀ ਇਸ ਖੇਡ ਨੂੰ ਸਮਝ ਸਕਦਾ ਹੈ, ਜਿਹਦੇ ਤੇ ਸਤਿਗੁਰੂ ਜੀ ਟੁੱਟ ਕੇ ਕਿਰਪਾ ਦੇ ਘਰ ਵਿੱਚ ਆ ਕੇ ਆਪਣਾ ਉਪਦੇਸ਼ ਦੇ ਦੇਣ। ਉਹੀ ਇਸ ਖੇਡ ਨੂੰ ਬੁੱਝਦਾ ਤੇ ਜਾਣਦਾ ਹੈ। ਵਿਣ ਭੈ ਪਈਐ ਭਗਤ ਨਾ ਹੋਈ। ਪਾਤਸ਼ਾਹ ਕਹਿੰਦੇ ਡਰ ਰੱਖੋ, ਉਸ ਮਾਲਕ ਦਾ ਭੈ ਰੱਖੋ, ਕਿਉਂਕਿ ਉਹਦੇ ਭੈ ਤੋਂ ਬਿਨਾਂ, ਉਹਦੇ ਡਰ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੋ ਸਕਦੀ। ਸਾਡੇ ਅੰਦਰ ਜੇ ਭੈ ਹੋਵੇਗਾ ਸਾਹਿਬ ਦਾ, ਕਿ ਕਲਗੀਧਰ ਸਤਿਗੁਰਾਂ ਦਾ ਹੁਕਮ ਹੈ ਕਿ ਤੈਂ 4 ਬੱਜਰ ਕੁਰੈਤਾਂ ਤੋਂ ਬਚ ਕੇ ਰਹਿਣਾ। ਇਹ ਭੈ ਹੀ ਹੈ ਨਾ ਸਤਿਗੁਰਾਂ ਦਾ, ਕਿ ਜੇ ਮੇਰੇ ਕੋਲੋਂ ਐਸੀ ਕੋਈ ਕੁਰੈਤ ਹੁੰਦੀ ਤੇ ਮੈਂ ਸਤਿਗੁਰਾਂ ਦੇ ਸਾਨਮੁਖ ਕੀ ਮੂੰਹ ਲੈ ਕੇ ਜਾਵਾਂਗਾ। ਇਹ ਭੈ, ਡਰ, ਜਿੰਨੀ ਰਹਿਣੀ ਬਹਿਣੀ ਸਤਿਗੁਰਾਂ ਨੇ ਸਾਨੂੰ ਦੱਸੀ ਹੈ, ਉਹ ਸਤਿਗੁਰਾਂ ਦੇ ਭੈ ਵਿੱਚ ਹੀ ਰਹਿ ਕੇ ਪਾਲਦੀ ਹੈ। ਅੰਮ੍ਰਿਤ ਵੇਲੇ ਤੋਂ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਦੀ ਜਿੰਨੀ ਸਾਡੀ ਮਰਿਆਦਾ ਹੈ, ਰਹਿਣੀ ਬਹਿਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਦੱਸੀ ਅਸੀਂ ਤਿਵੇਂ ਕਰਨੀ ਹੈ। ਔਰ ਇਹਦੇ ਲਈ ਗੁਰੂ ਸਾਹਿਬ ਦਾ ਨਿਰਮਲ ਭੈ ਹੋਵੇ ਹਿਰਦੇ 'ਚ, ਗੁਰੂ ਸਾਹਿਬ ਦਾ ਡਰ ਹੋਵੇ। ਤੋ ਜਿਹੜੇ ਭਾਈ ਸਤਿਗੁਰਾਂ ਦੇ ਭੈ ਵਿੱਚ ਰਹਿੰਦੇ ਨੇ ਉਹੀ ਭਗਤੀ ਕਰਦੇ ਨੇ। ਜਿਨ੍ਹਾਂ ਅੰਦਰ ਡਰ ਹੀ ਕੋਈ ਨਹੀਂ, ਆਪਣੇ ਸਾਹਿਬ ਦਾ, ਆਪਣੇ ਮਾਲਕ ਦਾ ਕੋਈ ਖੌਫ ਨਹੀਂ, ਉਹ ਭਗਤੀ ਨਹੀਂ ਕਰ ਸਕਦੇ। ਖਾਲਸਾ ਜੀ ਇਹੋ ਜਿਹਾ ਕਲਯੁਗ ਦਾ ਵਰਤਾਰਾ ਵਰਤ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਤੱਖ ਹਜ਼ੂਰੀ 'ਚ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਵਿੱਚ ਵੀ ਆ ਕੇ ਹੁਣ ਤਾਂ ਭੈ ਨਹੀਂ ਮੰਨਦੇ। ਜਦੋਂ ਵੇਖੀਦਾ ਹੈ ਇਹ ਵਰਤਾਰਾ ਤੇ ਕਿਤਨਾ ਮਨ ਆਹਤ ਤੇ ਪਰੇਸ਼ਾਨ ਹੁੰਦਾ, ਦੁਖੀ ਹੁੰਦਾ ਕਿ ਸੰਸਾਰ ਦੀਆਂ ਝੂਠੀਆਂ ਵਡਿਆਈਆਂ ਦੀ ਖਾਤਰ, ਪ੍ਰਧਾਨਗੀਆਂ ਦੀ ਖਾਤਰ ਗੁਰੂ ਘਰਾਂ ਦੇ ਵਿੱਚ ਕਿਵੇਂ ਸਤਿਗੁਰਾਂ ਦੀ ਹਜ਼ੂਰੀ 'ਚ ਇੱਕ ਦੂਜੇ ਦੀਆਂ ਪੱਗਾਂ ਲਾਹਣ ਤੱਕ ਵੀ ਇਹ ਤਿਆਰ ਹੋ ਜਾਂਦੇ, ਲੜਦੇ ਭਿੜਦੇ। ਵੇਖਦੇ ਆ ਨਾ ਆਪਾਂ ਕਿੰਨੇ ਵਰਤਾਰੇ ਵਰਤਦੇ। ਕੋਈ ਡਰ ਹੈ ਸਤਿਗੁਰਾਂ ਦਾ, ਕੋਈ ਭੈ ਹੈ? ਇਹੋ ਜਿਹੇ ਬੰਦੇ ਜਦੋਂ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਪ੍ਰਧਾਨ ਬਣਨਗੇ, ਉਹ ਕੀ ਸਤਿਗੁਰਾਂ ਦੀ ਸੇਵਾ ਸੰਭਾਲ ਕਰਨਗੇ, ਕੀ ਗੁਰੂ ਘਰਾਂ ਦੀ ਮਾਣ ਮਰਿਆਦਾ ਨੂੰ ਬਹਾਲ ਕਰਨਗੇ?
ਜਿੱਥੇ ਕਿਤੇ ਇਹੋ ਜਿਹਾ ਵਰਤਾਰਾ ਵਰਤਦਾ ਕਿਸੇ ਗੁਰੂ ਘਰ ਵਿੱਚ, ਉਸ ਇਲਾਕੇ ਦੀ ਸਮਸਤ ਸੰਗਤ ਨੂੰ ਇਕੱਤਰ ਹੋ ਕੇ ਉਹਨਾਂ ਬੰਦਿਆਂ ਨੂੰ ਉਸ ਗੁਰੂ ਅਸਥਾਨ ਤੋਂ ਬਿਲਕੁਲ ਹੀ ਮੁਨਕਰ ਕਰ ਦੇਣਾ ਚਾਹੀਦਾ ਵੀ ਮੱਥਾ ਟੇਕੋ, ਪ੍ਰਬੰਧ ਵਿੱਚ ਤੁਹਾਡੀ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ ਨਹੀਂ ਚਾਹੀਦੀ। ਤੁਸੀਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਹੋ, ਦੂਸ਼ਣਬਾਜ਼ੀਆਂ ਕਰਦੇ ਹੋ, ਲੜਾਈਆਂ ਪੜਾਈਆਂ ਕਰਦੇ ਹੋ। ਕੱਲੇ ਭਾਰਤ ਖੰਡ ਦੀ ਧਰਤੀ ਤੇ ਨਹੀਂ, ਵਿਦੇਸ਼ਾਂ ਵਿੱਚ ਵੀ ਗੁਰੂ ਘਰਾਂ ਵਿੱਚ ਐਸਾ ਵਰਤਾਰਾ ਵਰਤਦਾ ਹੈ। ਤੋ ਸਤਿਗੁਰਾਂ ਦਾ ਭੈ ਨਹੀਂ, ਗੁਰੂ ਸਾਹਿਬ ਦਾ ਡਰ ਹੀ ਨਹੀਂ, ਤੇ ਜਦੋਂ ਤੱਕ ਭੈ ਨਹੀਂ, ਪਾਤਸ਼ਾਹ ਕਹਿੰਦੇ ਫਿਰ ਭਗਤੀ ਨਹੀਂ ਹੋ ਸਕਦੀ। ਜਿਹੜੇ ਗੁਰਦੇਵ ਦੇ ਭੈ 'ਚ ਰਹਿੰਦੇ ਆ ਉਹੀ ਭਗਤੀ ਕਰਦੇ ਆ। ਤੋ ਵਿਣ ਭੈ ਪਿਆ ਭਗਤ ਨਾ ਹੋਈ। ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਨੇ ਵੀ ਕਿਹਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹੜੇ ਗੁਰੂ ਪਾਤਸ਼ਾਹ ਦਾ ਭੈ ਨਹੀਂ ਮੰਨਦੇ ਉਹ ਸਿੱਖ ਨਹੀਂ ਹਨ। ਤੋ ਸਤਿਗੁਰਾਂ ਦੇ ਭੈ ਤੋਂ ਬਿਨਾਂ ਪਰਮੇਸ਼ਰ ਦੀ ਭਗਤੀ ਨਹੀਂ ਹੁੰਦੀ। ਸ਼ਬਦ ਰਤੇ ਸਦਾ ਸੁਖ ਹੋਈ। ਜਿਹੜੇ ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਸਦਾ ਲਈ ਸੁਖੀ ਹੋ ਜਾਂਦੇ ਨੇ। ਜਿਹੜੇ ਸਤਿਗੁਰੂ ਜੀ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਉਹ ਫਿਰ ਸਦਾ ਲਈ ਸੁਖੀ ਹੋ ਗਏ। ਐਸਾ ਗਿਆਨ ਪਦਾਰਥ ਨਾਮ। ਇਹ ਭਾਈ ਪਰਮੇਸ਼ਰ ਦੀ ਜਿਹੜੀ ਗਿਆਤ ਹੈ, ਅਕਾਲ ਪੁਰਖ ਦਾ ਜੋ ਗਿਆਨ ਹੋਣਾ ਔਰ ਅਕਾਲ ਪੁਰਖ ਜੀ ਦੇ ਨਾਮ ਦੀ ਮਹਿਮਾ ਦੀ ਸੋਝੀ ਹੋਣੀ, ਕਹਿੰਦੇ ਵੀ ਪਰਮੇਸ਼ਰ ਦੀ ਗੁਰੂ ਦੀ ਕਿਰਪਾ ਦੁਆਰਾ ਹੀ ਸੰਭਵ ਹੈ। ਹਾਂਜੀ। ਗੁਰਮੁਖ ਪਾਵਸ ਰਸ ਰਸ ਮਾਨ। ਜਿਹੜੇ ਗੁਰਮੁਖ ਨੇ ਉਹ ਰਸ ਲੈ ਲੈ ਕੇ ਸਤਿਗੁਰਾਂ ਦੇ ਸ਼ਬਦ ਦਾ ਇਹ ਸੰਸਾਰ ਵਿੱਚ ਵੀ ਮਾਣ ਪਾਉਂਦੇ ਆ ਤੇ ਅੱਗੇ ਪਰਲੋਕ ਵਿੱਚ ਨਿਰੰਕਾਰ ਦੇ ਘਰ ਵਿੱਚ ਵੀ ਮਾਣ ਪਾਉਂਦੇ ਆ। ਗੁਰਮੁਖ ਸਤਿਗੁਰੂ ਜੀ ਦੇ ਸ਼ਬਦ ਦਾ ਰਸ ਲੈ ਕੇ ਦੋਹਾਂ ਜਹਾਨਾਂ 'ਚ ਮਾਣ ਤੇ ਸਨਮਾਨ ਪ੍ਰਾਪਤ ਕਰਦੇ ਹਨ। ਰਹਾਉ ਗਿਆਨ ਗਿਆਨ ਕਥਾ ਸਭ ਕੋਈ। ਗਿਆਨ ਗਿਆਨ ਤਾਂ ਸਾਰੀ ਦੁਨੀਆ ਹੀ ਕਰੀ ਜਾਂਦੀ ਹੈ। ਕਦੇ ਕੋਈ ਬੰਦਾ ਕਹਿੰਦਾ ਮੈਨੂੰ ਗਿਆਨ ਕੋਈ ਨਹੀਂ। ਹਰ ਇੱਕ ਤਾਂ ਗਿਆਨੀ ਬਣਿਆ ਹੋਇਆ ਹੈ। ਅੱਜ ਕੱਲ੍ਹ ਤਾਂ ਬਹੁਤੇ ਹੀ ਗਿਆਨੀ ਹੋ ਗਏ। ਜਦੋਂ ਦੇ ਆ ਮੋਬਾਈਲਾਂ ਤੇ ਸੋਸ਼ਲ ਮੀਡੀਆ ਆਇਆ ਉਦੋਂ ਦੇ ਤਾਂ ਗਿਆਨੀ ਬਹੁਤੇ ਦਿਸਦੇ ਸੰਸਾਰ 'ਚ। ਗਿਆਨੀ ਤਾਂ ਕੋਈ ਦਿਸਦਾ ਹੀ ਨਹੀਂ ਗਾ। ਗਿਆਨ ਗਿਆਨ ਸਾਰੀ ਦੁਨੀਆ ਕਹਿੰਦੀ ਹੈ। ਗਿਆਨ ਗਿਆਨ ਕਥਾ ਸਭ ਕੋਈ। ਮੈਨੂੰ ਗਿਆਨ ਹੈ, ਮੈਂ ਸਭ ਕੁਝ ਜਾਣਦਾ ਹਾਂ। ਜੋ ਗਿਆਨ ਸੰਪੰਨ ਹੋ ਕੇ ਕੁਝ ਬੋਲ ਰਿਹਾ ਹੈ ਉਹਦੇ ਤੇ ਵੀ ਅਗਿਆਨੀ ਬੰਦੇ ਗਿਆਨੀ ਹੋਣ ਦਾ ਦਾਅਵਾ ਕਰਕੇ ਵੀ ਅਸੀਂ ਇਹਦੇ ਤੋਂ ਵੱਧ ਜਾਣਦੇ ਹਾਂ, ਉਹਦੀਆਂ ਕਈਆਂ ਗੱਲਾਂ ਦਾ ਖੰਡਨ ਕਰ ਰਹੇ ਹੁੰਦੇ। ਇਹੋ ਜਿਹਾ ਵਰਤਾਰਾ ਵਰਤ ਰਿਹਾ। ਪਾਤਸ਼ਾਹ ਕਹਿੰਦੇ ਗਿਆਨ ਗਿਆਨ ਕਥਾ ਸਭ ਕੋਈ। ਸਭ ਦੁਨੀਆ ਕਹਿੰਦੀ ਹੈ ਗਿਆਨ ਹੀ ਗਿਆਨ ਹੈ ਜੀ, ਸਾਨੂੰ ਗਿਆਨੀ ਹਾਂ ਜੀ ਅਸੀਂ। ਹਾਂਜੀ। ਕਥ ਕਥ ਬਾਦ ਕਰੇ ਦੁਖ ਹੋਈ। ਪਰ ਇਹਨਾਂ ਦੇ ਕਹੇ ਹੋਏ ਗਿਆਨ ਕਰਕੇ ਕਿਸੇ ਦਾ ਭਲਾ ਹੁੰਦਾ? ਜਿਹੜਾ ਇਹ ਗਿਆਨ ਕਹਿੰਦੇ ਆ ਕਥਦੇ ਆ ਉਹਦੇ ਨਾਲ ਕਿਸੇ ਦੀ ਕਲਿਆਣ ਹੁੰਦੀ ਹੈ? ਸਗੋਂ ਝਗੜੇ ਪੈਂਦੇ ਆ। ਇਹੋ ਜਿਹੇ ਜਿਹੜੇ ਅਗਿਆਨੀਆਂ ਦਾ ਗਿਆਨ ਹੈ ਉਹ ਜਦੋਂ ਕਥਦੇ ਆ ਉਸ ਗਿਆਨ ਨੂੰ ਫਿਰ ਉਹ ਬਾਦ ਕਰਦੇ ਆ, ਝਗੜਾ ਕਰਦੇ ਆ। ਜਦੋਂ ਝਗੜਾ ਹੁੰਦਾ ਤੇ ਫਿਰ ਦੁੱਖ ਹੁੰਦਾ। ਕਥ ਕਥ ਬਾਦ ਕਰੇ ਦੁੱਖ ਹੋਈ। ਉਹ ਕਥ ਕਥ ਕੇ ਬਾਦ ਕਰ ਕਰਕੇ ਝਗੜਾ ਕਰ ਕਰਕੇ ਦੁਖੀ ਹੁੰਦੇ ਹਨ। ਕਥ ਕਹਿਣਾ ਤੇ ਰਹਿ ਨਾ ਕੋਈ। ਜਿਹਨੂੰ ਕੋਈ ਮਾੜਾ ਮੋਟਾ ਗਿਆਨ ਆ ਜਾਂਦਾ ਉਹ ਕਥਨ ਕਹਿਣ ਤੋਂ ਰਹਿੰਦਾ ਹੀ ਨਹੀਂਗਾ, ਕਹਿੰਦਾ ਮੈਂ ਕਹੂੰ। ਜਿਹਨੂੰ ਕੋਈ ਮਾੜਾ ਮੋਟਾ ਗਿਆਨ ਆ ਵੀ ਜਾਂਦਾ, ਕਿਸੇ ਗੱਲ ਦੀ ਕੋਈ ਸੋਝੀ ਆ ਜਾਂਦੀ ਹੈ ਤੇ ਉਹ ਚੁੱਪ ਰਹਿ ਕੇ ਰਾਜੀ ਨਹੀਂ ਹੁੰਦਾ। ਉਹ ਫਿਰ ਢੰਡੋਰਾ ਪਿੱਟਦਾ ਵੀ ਮੈਨੂੰ ਪਤਾ, ਮੈਂ ਜਾਣਦਾ। ਕਥਨ ਕਰਨ ਤੋਂ ਕਹਿਣ ਤੋਂ ਕੋਈ ਰਹਿੰਦਾ ਨਹੀਂ ਹੈ। ਲੱਖ ਯਤਨ ਕਰਕੇ ਉਹਨੂੰ ਕਹੋ ਭਾਈ ਚੁੱਪ ਰਹੀਂ, ਪਰ ਉਹ ਨਹੀਂ ਰਹਿੰਦਾ।
ਉਹ ਕਹਿੰਦਾ ਮੈਂ ਵੀ ਬੋਲੂੰ, ਮੈਂ ਵੀ ਕਹੂੰ, ਮੈਂ ਕਿਉਂ ਪਿੱਛੇ ਰਹਾ। ਕਹਿੰਦੇ ਇਦਾਂ ਦਾ ਇਹ ਕਲਯੁਗ ਦਾ ਵਰਤਾਰਾ ਹੈ। ਬਿਨ ਰਸ ਰਾਤੇ ਮੁਕਤ ਨਾ ਹੋਈ। ਸਤਿਗੁਰੂ ਜੀ ਦੇ ਸ਼ਬਦ ਦੇ ਰਸ ਵਿੱਚ ਰੰਗੇ ਬਿਨਾ ਗੁਰਦੇਵ ਕਹਿੰਦੇ ਮੁਕਤੀ ਨਹੀਂ ਹੋ ਸਕਦੀ। ਬਿਨ ਰਸ ਰਾਤੇ ਮੁਕਤ ਨਾ ਹੋਈ। ਸਤਿਗੁਰੂ ਜੀ ਦੇ ਸ਼ਬਦ ਦੇ ਰਸ ਵਿੱਚ ਰੰਗੇ ਬਿਨਾ ਮੋਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮੁਕਤੀ ਦਾ ਦਾਨ ਉਹ ਪ੍ਰਾਪਤ ਨਹੀਂ ਹੋ ਸਕਦਾ। ਗਿਆਨ ਧਿਆਨ ਸਭ ਗੁਰ ਤੇ ਹੋਈ। ਗੁਰਦੇਵ ਕਹਿੰਦੇ ਚਾਹੇ ਗਿਆਨ ਹੈ ਤੇ ਚਾਹੇ ਧਿਆਨ ਹੈ, ਗਿਆਨ ਤੇ ਧਿਆਨ ਗੁਰੂ ਤੋਂ ਹੀ ਪ੍ਰਾਪਤ ਹੋਣਾ। ਨਾ ਤਾਂ ਸਾਨੂੰ ਇਹ ਪਤਾ ਵੀ ਧਿਆਨ ਕਿਵੇਂ ਇਕਾਗਰ ਕਰਨਾ, ਨਾ ਸਾਨੂੰ ਇਹ ਪਤਾ ਵੀ ਗਿਆਨ ਕੀ ਹੈ। ਤੋ ਗਿਆਨ ਤੇ ਧਿਆਨ ਦੇ ਦਾਤੇ ਸਤਿਗੁਰੂ ਜੀ ਨੇ। ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਗਿਆਨ ਬਖਸ਼ਣਾ ਉਹਨਾਂ ਨੂੰ ਗਿਆਨ ਆ ਜਾਣਾ। ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਧਿਆਨ ਦੀ ਦਾਤ ਬਖਸ਼ਣੀ ਆ ਉਹਨਾਂ ਦਾ ਧਿਆਨ ਇਕਾਗਰ ਹੋ ਜਾਣਾ। ਤੋ ਗਿਆਨ ਤੇ ਧਿਆਨ ਸਭ ਕੁਝ ਗੁਰੂ ਸਾਹਿਬ ਜੀ ਤੋਂ ਹੀ ਹੁੰਦਾ ਹੈ, ਸਤਿਗੁਰਾਂ ਤੋਂ ਹੀ ਪ੍ਰਗਟ ਹੁੰਦਾ ਹੈ। ਸਾਚੇ ਰਹਿਤ ਸਾਚਾ ਮਨ ਸੋਈ। ਜਿਹੜੇ ਗੁਰੂ ਪਾਤਸ਼ਾਹ ਦੇ ਦਿੱਤੇ ਗਿਆਨ ਧਿਆਨ ਸਹਿਤ ਸੰਪੰਨ ਹੋ ਜਾਂਦੇ ਨੇ, ਉਹਨਾਂ ਦੀ ਰਹਿਤ ਸੱਚੀ ਹੋ ਜਾਂਦੀ ਹੈ, ਉਹਨਾਂ ਦੀ ਰਹਿਣੀ ਬਹਿਣੀ ਸੱਚੀ। ਉਹਨਾਂ ਦੇ ਜੀਵਨ 'ਚ ਵਿਖਾਵਾ ਨਹੀਂ ਰਹਿੰਦਾ ਕਿ ਬਾਹਰੋਂ ਕੁਝ ਹੋਰ ਦਿਸਦੇ ਹੁਣ ਅੰਦਰੋਂ ਕੁਝ ਹੋਰ। ਉਹਨਾਂ ਦੀ ਰਹਿਣੀ ਬਹਿਣੀ ਸੱਚੀ ਹੋ ਜਾਂਦੀ ਹੈ। ਉਹ ਅੰਦਰੋਂ ਬਾਹਰੋਂ ਇੱਕੋ ਜਿਹੇ ਹੋ ਜਾਂਦੇ ਔਰ ਉਹਨਾਂ ਦੇ ਮਨ ਵਿੱਚ ਇੱਕ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਦਾ ਹੈ। ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਦੂਜੇ ਪਾਸੇ ਜਿਹੜੇ ਮਨਮੁਖ ਨੇ ਉਹਨਾਂ ਕੋਲ ਕੇਵਲ ਕਥਨੀ ਹੈ, ਰਹਿਣੀ ਕੋਈ ਨਹੀਂ। ਉਹ ਜ਼ੁਬਾਨ ਨਾਲ ਗਿਆਨ ਦੀਆਂ ਗੱਲਾਂ ਤਾਂ ਬਹੁਤ ਕਰਦੇ ਐ, ਪਰ ਆਪ ਉਸ ਰਹਿਤ ਦੇ ਧਾਰਨੀ ਨਹੀਂ ਹੁੰਦੇ ਜੋ ਕਹਿ ਰਹੇ ਹੁੰਦੇ ਐ, ਉਹਦੇ ਤੇ ਉਹ ਆਪ ਚੱਲਦੇ ਨਹੀਂ ਹਨ। ਮਨਮੁਖ ਦੀ ਕਥਨੀ ਹੈ ਪਰ ਰਹਿਣੀ ਕੋਈ ਨਹੀਂ। ਜੇ ਕਹੋ ਭਾਈ ਇਹ ਜਿਹੜੀ ਤੂੰ ਗਿਆਨ ਦੀ ਗੱਲ ਕਹੀ ਆਪ ਕਰਦਾ, ਕਹਿੰਦਾ ਨਹੀਂ, ਕਿਉਂਕਿ ਦੀਵਾ ਫੜਿਆ ਹੋਇਆ ਦੂਸਰੇ ਨੂੰ ਚਾਨਣਾ ਕਰਕੇ ਵਿਖਾਉਂਦਾ, ਆਪ ਅੰਨਾ ਬਣ ਕੇ ਖੂਹ 'ਚ ਛਾਲਾਂ ਹੀ ਮਾਰ ਰਿਹਾ। ਇਹ ਮਨਮੁਖ ਦੀ ਦਸ਼ਾ ਹੈ। ਮਨਮੁਖ ਨੂੰ ਗਿਆਨ ਹੁੰਦਾ, ਉਹਨੇ ਸੁਣਿਆ ਹੁੰਦਾ, ਸੱਜੇ ਖੱਬਿਓਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ, ਉਹ ਲੋਕਾਂ ਨੂੰ ਤਾਂ ਸੁਣਾਉਂਦਾ ਗਿਆਨ ਦੀਆਂ ਬਾਤਾਂ, ਪਰ ਉਹਦੀ ਆਪਣੀ ਐਸੀ ਰਹਿਤ ਨਹੀਂ ਹੁੰਦੀ। ਉਹ ਆਪ ਐਸੀ ਰਹਿਣੀ ਵਿੱਚ ਪ੍ਰਪੱਕ ਨਹੀਂ ਹੁੰਦਾ। ਬਹੁਤੇ ਗਿਆਨੀਆਂ ਕੋਲ, ਮੇਰੇ ਵਰਗਿਆਂ ਕੋਲ ਕੇਵਲ ਗੱਲਾਂ ਹੀ ਹੁੰਦੀਆਂ ਗਿਆਨ ਦੀਆਂ, ਆਪ ਅੰਦਰ ਉਹ ਮਾਣਿਆ ਨਹੀਂ ਹੁੰਦਾ, ਕੇਵਲ ਜ਼ੁਬਾਨ ਤੋਂ ਕਥਰੇ ਹੁੰਦੇ। ਖਾਲਸੇ ਪੰਥ ਦੇ ਬੜੇ ਮਹਾਨ ਵਿਦਵਾਨ ਹੋਏ ਪ੍ਰਿੰਸੀਪਲ ਗੰਗਾ ਸਿੰਘ ਜੀ, ਬਹੁਤ ਕੁਝ ਉਹਨਾਂ ਲਿਖਿਆ, ਮਹਾਨ ਮਾਰਤੰਡ ਵਿਦਵਾਨ ਸੀ। ਇੱਕ ਵਾਰੀ ਆਤਮ ਰਸ ਦੀ ਖੇਡ ਦੀ, ਕੋਈ ਦਸਮ ਦੁਆਰ ਦੀ ਖੇਡ ਦੀ ਕਥਾ ਪੇ ਕਰਨ, ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖ ਉਹ ਸੁਣ ਰਹੇ ਸਨ। ਸਾਰੀ ਕਥਾ ਹੋਈ, ਬਾਅਦ 'ਚ ਸੰਤ ਅਤਰ ਸਿੰਘ ਜੀ ਪੁੱਛਦੇ ਆ, ਪ੍ਰਿੰਸੀਪਲ ਸਾਹਿਬ ਜੋ ਕਥਿਆ ਹੈ ਕਿ ਇਸ ਨੂੰ ਆਪਣੇ ਅੰਦਰ ਜਾਣਿਆ ਹੈ? ਕਹਿਣ ਲੱਗੇ ਜੀ ਨਹੀਂ, ਕੇਵਲ ਕਥਿਆ ਹੈ, ਜਿਵੇਂ ਸੁਣਿਆ ਪੜ੍ਹਿਆ ਹੈ। ਕਹਿਣ ਲੱਗੇ ਹਾਂ, ਜਿਵੇਂ ਤੁਸੀਂ ਦੱਸਿਆ ਵਰਤਦਾ ਵੀ ਇਦਾਂ ਦਾ ਹੀ ਵਰਤਾ ਰਹਾ ਹੈ, ਇਦਾਂ ਦੀ ਖੇਡ ਹੀ ਅੰਦਰ ਵਰਤਦੀ ਹੈ ਜੋ ਤੁਸੀਂ ਕਹੀ ਹੈ, ਇਹਨੂੰ ਮਾਣਨ ਦਾ ਯਤਨ ਕਰੋ। ਸੋ ਕਹਿਣ ਤੋਂ ਭਾਵ ਕਿ ਗਿਆਨ ਦੀਆਂ ਕਥਾਵਾਂ ਕਥਨ ਕਰਨ ਵਾਲੇ ਤਾਂ ਬਹੁਤ ਨੇ, ਪਰ ਜੋ ਕਥਨ ਕੀਤਾ ਜਾ ਰਿਹਾ ਉਹਦੇ ਮੁਤਾਬਕ ਰਹਿਣੀ ਨਹੀਂ ਹੁੰਦੀ। ਮਨਮੁਖ ਦਾ ਵੀ ਇਹ ਸੁਭਾਅ ਹੈ, ਉਹ ਜੋ ਕਹਿੰਦਾ ਉਹਦੇ ਤੇ ਚੱਲਦਾ ਨਹੀਂ ਹੈ, ਜੋ ਕਹਿ ਰਿਹਾ ਉਹਦੇ ਤੇ ਤੁਰਦਾ ਨਹੀਂ ਹੈ। ਨਾਵ ਹੋ ਭੁੱਲੇ ਥਾਓ ਨਾ ਕੋਈ। ਪਰਮੇਸ਼ਰ ਦੇ ਨਾਮ ਤੋਂ ਭੁੱਲਿਆ ਹੋਇਆਂ ਨੂੰ ਕਿਤੇ ਥਾਂ ਨਹੀਂ ਮਿਲਦੀ, ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ। ਦੋਹਾਂ ਜਹਾਨਾਂ 'ਚ ਉਹਨਾਂ ਨੂੰ ਥਾਂ ਨਹੀਂ ਮਿਲਦੀ।
ਭਾਈ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਭੁੱਲੇ ਹੋਏ ਨੇ, ਅਕਾਲ ਪੁਰਖ ਦੇ ਨਾਮ ਤੋਂ ਭੁੱਲੇ ਹੋਏ ਹੈ, ਨਾ ਇਸ ਲੋਕ 'ਚ ਥਾਂ ਮਿਲਦੀ ਹੈ ਤੇ ਨਾ ਹੀ ਪਰਲੋਕ ਵਿੱਚ ਉਹਨਾਂ ਨੂੰ ਥਾਂ ਮਿਲਦੀ ਹੈ। ਮਨ ਮਾਇਆ ਬੰਧਿਓ ਸਰ ਜਾਲ। ਇਹ ਜਿਹੜਾ ਮਨ ਹੈ, ਜਿਵੇਂ ਕਿਸੇ ਜਾਲ ਦੇ ਵਿੱਚ ਕੋਈ ਪੰਛੀ ਬੰਨਿਆ ਜਾਂਦਾ ਨਾ, ਏਦਾਂ ਸਾਡਾ ਜਿਹੜਾ ਇਹ ਮਨ ਹੈ, ਇਹ ਮਾਇਆ ਦੇ ਜਾਲ 'ਚ ਬੰਨਿਆ ਹੋਇਆ। ਜਿਵੇਂ ਕੋਈ ਪੰਛੀ ਕਿਸੇ ਜਾਲ 'ਚ ਬੰਨਿਆ ਜਾਂਦਾ, ਇਉਂ ਸਾਡਾ ਮਨ ਉਸ ਜਾਲ ਦੇ ਸਦ੍ਰਿਸ਼ ਇਸ ਮਾਇਆ ਦੇ ਬੰਧਨ ਵਿੱਚ ਬੰਨਿਆ ਹੋਇਆ ਹੈ। ਘਾਟ ਘਾਟ ਵਿਆਪ ਰਹਿਓ ਬਿਖ ਨਾਲ। ਕਹਿੰਦੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਘਟ ਘਟ ਵਿੱਚ ਰਮ ਰਿਹਾ, ਉਹ ਸਾਰਿਆਂ ਵਿੱਚ ਵਿਆਪਕ ਹੈ, ਪਰ ਜਿੱਥੇ ਉਹ ਵਿਆਪਕ ਹੈ ਉੱਥੇ ਨਾਲ ਜ਼ਹਿਰ ਵੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਾਰਿਆਂ ਦੇ ਵਿੱਚ ਵਸਦਾ ਪਰਮੇਸ਼ਰ, ਪਰਮੇਸ਼ਰ ਅੰਮ੍ਰਿਤ ਸਰੂਪ ਹੈ, ਪਰ ਜਿੱਥੇ ਉਹ ਅੰਮ੍ਰਿਤ ਸਰੂਪ ਰੱਬ ਵਸਦਾ ਉੱਥੇ ਨਾਲ ਜ਼ਹਿਰ ਵੀ ਵਸਦਾ, ਵਿਸ਼ੇ ਵਿਕਾਰਾਂ ਦਾ। ਮਨੁੱਖ ਦੇ ਸਰੀਰ 'ਚ ਹੀ ਨੇ ਨਾ ਵਿਕਾਰ ਵੀ, ਤੇ ਰੱਬ ਵੀ ਸਰੀਰ ਵਿੱਚ ਹੀ ਹੈ। ਅੰਮ੍ਰਿਤ ਵੀ ਉੱਥੇ ਹੈ ਤੇ ਜ਼ਹਿਰ ਵੀ ਉੱਥੇ ਹੀ ਹੈ। ਹੁਣ ਚੋਣ ਕਰਨੀ ਆ ਮਨੁੱਖ ਨੇ ਵੀ ਇਹਨੇ ਅੰਮ੍ਰਿਤ ਦਾ ਵਪਾਰੀ ਬਣਨਾ ਕਿ ਜ਼ਹਿਰ ਦਾ। ਅੰਮ੍ਰਿਤ ਤੇ ਜ਼ਹਿਰ ਦੋਵੇਂ ਇਕੱਠੇ ਰੱਖੇ ਨੇ। ਸੰਸਾਰ ਜਿਹੜਾ ਦਰਖਤ ਕਿਹਾ ਗੁਰਬਾਣੀ 'ਚ ਪਾਤਸ਼ਾਹ ਨੇ, ਪਾਤਸ਼ਾਹ ਕਹਿੰਦੇ ਸੰਸਾਰ ਇੱਕ ਬ੍ਰਿਛ ਹੈ, ਔਰ ਇਹਨੂੰ ਦੋ ਤਰ੍ਹਾਂ ਦੇ ਫਲ ਲੱਗੇ ਨੇ, ਇੱਕ ਜ਼ਹਿਰ ਦਾ ਤੇ ਦੂਜਾ ਅੰਮ੍ਰਿਤ ਦਾ। ਇਹਦੇ ਵਿੱਚ ਜ਼ਹਿਰ ਵੀ ਆ, ਇਹਦੇ 'ਚ ਅੰਮ੍ਰਿਤ ਵੀ ਹੈ। ਬਹੁਤੇ ਸੰਸਾਰ ਦੇ ਲੋਕ ਕੇਵਲ ਜ਼ਹਿਰ ਦਾ ਜਿਹੜਾ ਫਲ ਹੈ ਉਹ ਖਾ ਰਹੇ ਨੇ, ਔਗਣ। ਸਭ ਪਾਸੇ ਉਹਨਾਂ ਨੂੰ ਜ਼ਹਿਰ ਹੀ ਜ਼ਹਿਰ ਦਿਸਦਾ। ਫਲਾਣੇ 'ਚ ਵੀ ਔਗਣ ਆ, ਅਮਕੇ ਵਿੱਚ ਵੀ ਕਮੀ ਆ, ਫਲਾਣਾ ਆਹ ਕਰਦਾ, ਅਮਕਾ ਇਹ ਕਰਦਾ। ਉਹਨੂੰ ਸਾਰੇ ਜਗਤ 'ਚ ਜ਼ਹਿਰ ਦਿਸਦਾ ਤੇ ਉਹ ਜ਼ਹਿਰ ਹੀ ਵਿਆਜਦਾ। ਦੂਜੇ ਪਾਸੇ ਗੁਰਮੁਖ ਜਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ, ਉਹ ਸਭ ਤਰਫਾਂ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਨਿਹਾਰਦੇ ਤੇ ਅੰਮ੍ਰਿਤ ਦੀਆਂ ਹੀ ਘੁੱਟਾਂ ਭਰਦੇ, ਆਪਣੇ ਅੰਦਰ ਅੰਮ੍ਰਿਤ ਨੂੰ ਹੀ ਮਾਣਦੇ। ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਦੂਜੇ ਪਾਸੇ ਜ਼ਹਿਰ ਭਖਣ ਵਾਲਿਆਂ ਨੂੰ ਸਭ ਵਿੱਚ ਜ਼ਹਿਰ ਹੀ ਨਜ਼ਰ ਆਉਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜਾ ਘਟ ਸਰੀਰ ਹੈ, ਇਹਦੇ ਵਿੱਚ ਵਾਹਿਗੁਰੂ ਵਿਆਪ ਰਿਹਾ, ਉਹ ਅੰਮ੍ਰਿਤ ਸਰੂਪ ਹੈ, ਪਰ ਨਾਲ ਜ਼ਹਿਰ ਵੀ ਹੈ। ਸੁਚੇਤ ਰਹੀਂ, ਸਾਵਧਾਨ ਰਹੀਂ, ਕਿਤੇ ਅੰਮ੍ਰਿਤ ਦੇ ਭੁਲੇਖੇ ਜ਼ਹਿਰ ਨਾ ਪੱਖੀ ਜਾਈ, ਕਿਉਂਕਿ ਨਾਲ ਬਿਖ ਵੀ ਹੈ, ਜ਼ਹਿਰ ਵੀ ਹੈ ਇਸ ਸਰੀਰ ਵਿੱਚ, ਉਹਦਾ ਵੀ ਖਿਆਲ ਰੱਖੇ। ਜੋ ਆਂਜੈ ਸੋ ਦੀਸੈ ਕਾਲ। ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਜੋ ਆਇਆ ਹੈ ਉਹ ਜਾਏਗਾ, ਸਭ ਕੁਝ ਕਾਲ ਦਾ ਖਾਜਾ ਹੀ ਦਿਸ ਰਿਹਾ। ਹਰ ਸ਼ੈ ਨੂੰ ਕਾਲ ਨੇ ਗਰਸ ਜਾਣਾ। ਜੋ ਆਂਜੈ ਸੋ ਦਿਸੈ ਕਾਲ, ਜੋ ਆਇਆ ਹੈ ਉਹ ਕਾਲ ਨੇ ਗਰਸ ਲੈਣਾ ਹੈ। ਕਾਲ ਦੀ ਖੁਰਾਕ ਹੈ ਹਰ ਚੀਜ਼। ਕਾਰਜ ਸਿਧੋ ਹਿਰਦੈ ਸਮਾਲ। ਇਹ ਭਾਈ ਆਪਣੇ ਹਿਰਦੇ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰ, ਤਾਂ ਜੋ ਤੇਰੇ ਸਾਰੇ ਕਾਰਜ ਸਿੱਧ ਹੋ ਜਾਣ। ਉਹਦੇ ਨਾਮ ਦੀ ਆਰਾਧਨਾ ਕੀਤਿਆਂ ਸਾਰੇ ਕਾਰਜ ਸਵਰ ਜਾਂਦੇ ਨੇ। ਹਰ ਹਰ ਚਰਨ ਹਿਰਦੈ ਔਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਹਰੀ ਦੇ ਸਿਮਰਨ ਦੁਆਰਾ ਕਾਰਜ ਸਿੱਧ ਹੋ, ਸਾਰੇ ਕਾਰਜ ਸਿੱਧ ਹੋ ਜਾਂਦੇ। ਸਾਡਾ ਕਾਰਜ ਕੀ ਹੈ ਜਿਹੜਾ ਅਸੀਂ ਕਰਨ ਆਏ ਹਾਂ? ਉਹ ਹੈ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਕਾਰਜ। ਇਹ ਕਾਰਜ ਤਾਂ ਸਿੱਧ ਹੋਣਾ ਜੇ ਸੱਜਣਾ ਤੂੰ ਆਪਣੇ ਹਿਰਦੇ 'ਚ ਉਹਦੇ ਨਾਮ ਦੀ ਸੰਭਾਲ ਕਰੇ। ਇਹ ਕਾਰਜ ਤਦੇ ਸਫਲ ਹੋਣਾ ਜੀਵਨ ਨੂੰ, ਤਾਂ ਹੀ ਤੂੰ ਸਫਲ ਕਰ ਸਕੇਗਾ ਜੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਆਪਣੇ ਹਿਰਦੇ 'ਚ ਸੰਭਾਲ ਕਰੇ। ਸਿਮਰ ਸੁਆਮੀ ਸਤਿਗੁਰ ਆਪਣਾ, ਸਿਮਰ ਸੁਆਮੀ ਸਤਿਗੁਰ ਆਪਣਾ। ਸਿਮਰ ਸੁਆਮੀ ਸਤਿਗੁਰ ਆਪਣਾ,
ਸਿਮਰ ਸੁਆਮੀ ਸਤਿਗੁਰ ਆਪਣਾ। कारज सफल हमारे, कारज सफल हमारे, ਕਾਰਜ ਸਫਲ ਹਮਾਰੇ, ਕਾਰਜ ਸਫਲ ਹਮਾਰੇ। कारज सफल हमारे, कारज सफल हमारे, ਕਾਰਜ ਸਫਲ ਹਮਾਰੇ, ਕਾਰਜ ਸਫਲ ਹਮਾਰੇ। ਪਾਤਸ਼ਾਹ ਕਹਿੰਦੇ ਭਾਈ ਹਰੀ ਦਾ ਸਿਮਰਨ ਕੀਤਿਆਂ ਉਹਦੇ ਨਾਮ ਨੂੰ ਆਪਣੇ ਹਿਰਦੇ 'ਚ ਸੰਭਾਲਿਆ, ਇਹ ਮਨੁੱਖਾ ਜਨਮ ਰੂਪੀ ਕਾਰਜ ਸਿੱਧ ਹੋ ਜਾਏਗਾ, ਯਾਨੀ ਕਿ ਇਹ ਮਨੁੱਖਾ ਸਰੀਰ ਸਫਲ ਹੋ ਜਾਏਗਾ। ਹਾਂਜੀ। ਸੋ ਗਿਆਨੀ ਜਿਨ ਸ਼ਬਦ ਲਿਵਲਾ। ਪਾਤਸ਼ਾਹ ਕਹਿੰਦੇ ਗਿਆਨੀ ਉਹ ਹੈ ਜਿਹਦੀ ਸ਼ਬਦ 'ਚ ਲਿਵ ਲੱਗ ਗਈ। ਉਹ ਗਿਆਨੀ ਨਹੀਂ ਜਿਹੜਾ ਚਾਰ ਕਿਤਾਬਾਂ ਪੜ੍ਹ ਕੇ ਗਿਆਨ ਦੀ ਕਥਾ ਕਰ ਲੈਂਦਾ ਹੋਵੇ, ਉਹ ਗਿਆਨੀ ਨਹੀਂ। ਗਿਆਨੀ ਉਹ ਹੈ ਜਿਹਦੇ ਅੰਦਰ ਸਤਿਗੁਰੂ ਜੀ ਦੇ ਸ਼ਬਦ ਵਿੱਚ ਲਿਵ ਜੁੜ ਗਈ ਹੈ। ਲਿਵ, ਲਿਵ ਦਾ ਮਤਲਬ ਕੀ ਹੁੰਦਾ ਹੈ? ਜਿਵੇਂ ਤੇਲ ਦੀ ਧਾਰ ਵਹਿੰਦੀ ਹੈ ਨਾ, ਇੱਕ ਰਸ ਇੱਕ ਭਾਂਡੇ 'ਚ ਦੂਜੇ ਭਾਂਡੇ 'ਚ ਤੇਲ ਪਾਓ, ਉਹਦੀ ਧਾਰ ਵੇਖਿਓ ਕਿਵੇਂ ਪਾਰ ਨਾਲ ਵਗਦੀ ਹੈ। ਏਦਾਂ ਜਿਨ੍ਹਾਂ ਦੀ ਸੁਰਤ ਇੱਕ ਰਸ ਸਤਿਗੁਰਾਂ ਦੇ ਸ਼ਬਦ ਵਿੱਚ ਜੁੜ ਗਈ ਹੈ, ਮਜਾਲ ਹੈ ਵਿੱਚ ਮਾੜਾ ਮੋਟਾ ਵੀ ਪਾੜਾ ਪਵੇ। ਇੱਕ ਰਸ ਸਭ ਸ਼ਬਦ ਦਾ ਚਿੰਤਨ ਜਿਨ੍ਹਾਂ ਅੰਦਰ ਚੱਲ ਪਿਆ, ਪਾਤਸ਼ਾਹ ਕਹਿੰਦੇ ਉਹ ਗਿਆਨੀ ਹਨ। ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਨਾਲ ਲਿਵ ਲਾ ਲਈ, ਉਹੀ ਗਿਆਨੀ ਹਨ। ਮਨ ਮੁਖ ਹਉਮੈ ਪਤ ਗਵਾਈ। ਦੂਜੇ ਪਾਸੇ ਜਿਹੜੇ ਮਨਮੁਖ ਨੇ ਉਹ ਹਉਮੈ ਵਿੱਚ ਲੱਗ ਕੇ ਆਪਣੀ ਇੱਜ਼ਤ ਗਵਾ ਲੈਂਦੇ। ਹਉਮੈ ਇੱਜ਼ਤ ਨੂੰ ਖਤਮ ਕਰ ਦਿੰਦੀ। ਜਿੱਥੇ ਹੰਕਾਰ ਆ ਜੇ ਉੱਥੇ ਕਾਹਦੀ ਇੱਜ਼ਤ? ਆਮ ਕਰਕੇ ਸੰਸਾਰ ਵਿੱਚ ਹੀ ਲੋਕ ਉਹਨਾਂ ਨੂੰ ਕਹਿੰਦੇ ਬੜਾ ਹੰਕਾਰਿਆ ਬੰਦਾ। ਕੋਈ ਇੱਜ਼ਤ ਥੋੜੀ ਹੁੰਦੀ ਉਹਨਾਂ ਦੀ, ਸਨਮਾਨ ਥੋੜੀ ਹੁੰਦਾ। ਜਿੱਥੇ ਹਉਮੈ ਆ ਜਾਏ ਮਨਮੁਖ ਦੇ ਅੰਦਰ, ਉਸ ਮਨਮੁਖ ਦੀ ਫਿਰ ਪਤ ਨਹੀਂ ਹੁੰਦੀ, ਉਹ ਆਪਣੀ ਪਤ ਗਵਾ ਲੈਂਦਾ। ਮਨਮੁਖ ਹਉਮੈ ਪਤ ਗਵਾਈ, ਮਨਮੁਖ ਹਉਮੈ 'ਚ ਲੱਗ ਕੇ ਆਪਣੀ ਇੱਜ਼ਤ ਗਵਾ ਲੈਂਦਾ ਹੈ। ਆਪੇ ਕਰਤਾ ਭਗਤ ਕਰਾਏ। ਕਰਤਾ ਪੁਰਖ ਵਾਹਿਗੁਰੂ ਆਪ ਜਿਨ੍ਹਾਂ ਤੇ ਦਇਆ ਕਰੇ ਉਹਨਾਂ ਕੋਲੋਂ ਆਪਣੀ ਭਗਤੀ ਕਰਾ ਲੈਂਦਾ। ਜਿਨ੍ਹਾਂ ਤੇ ਤਰਸ ਕਰੇ ਉਹਦੀ ਭਗਤੀ 'ਚ ਜੁੜ ਜਾਂਦੇ ਆ। ਉਹੀ ਉਹਦੀ ਭਗਤੀ ਕਰਦੇ ਨੇ ਜਿਹੜੇ ਤੇ ਜਿਨ੍ਹਾਂ ਤੇ ਉਹ ਆਪਣੀ ਕਿਰਪਾ ਕਰ ਦਿੰਦਾ, ਜਿਨ੍ਹਾਂ ਕੋਲੋਂ ਕਰਾ ਲੈਂਦਾ। ਆਪਾਂ ਸਾਰੇ ਇਸ ਵੇਲੇ ਪਾਤਸ਼ਾਹ ਦੀ ਹਜ਼ੂਰੀ 'ਚ ਬੈਠੇ ਆ ਤੇ ਗੁਰੂ ਸਾਹਿਬ ਦਾ ਤਰਸ ਹੈ। ਇਹ ਗੁਰੂ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ, ਉਹਨਾਂ ਦਾ ਸ਼ੁਕਰ ਕਰੀਏ। ਸ਼ੁਕਰ ਪਾਤਸ਼ਾਹ ਆਪ ਜੀ ਦਾ ਲੱਖ ਲੱਖ ਸ਼ੁਕਰ। ਸਾਡੇ 'ਚ ਕਿੱਥੇ ਤਾਣ ਸੀ, ਅਸੀਂ ਆਪ ਜੀ ਦੀ ਹਜ਼ੂਰੀ 'ਚ ਆ ਜਾਂਦੇ। ਸਾਨੂੰ ਮੂਰਖਾਂ ਨੂੰ ਆਪਣੀ ਕਾਰੇ ਲਾਇਆ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦਾ ਸ਼ੁਕਰਾਨਾ ਹੈ, ਸ਼ੁਕਰ ਹੈ। ਤੋ ਜਿਨ੍ਹਾਂ ਨੂੰ ਆਪਣੀ ਭਗਤੀ 'ਚ ਲਾ ਲੈਂਦੇ ਆ ਉਹੀ ਭਗਤੀ ਕਰਦੇ ਆ। ਆਪੇ ਕਰਤਾ ਭਗਤ ਕਰਾਈ, ਕਰਤਾ ਪੁਰਖ ਆਪ ਹੀ ਆਪਣੀ ਭਗਤੀ ਕਰਾਉਣ ਵਾਲਾ ਹੈ। ਗੁਰਮੁਖ ਆਪੇ ਦੇ ਵਡਿਆਈ। ਔਰ ਉਹ ਆਪਣੇ ਗੁਰਮੁਖਾਂ ਨੂੰ ਆਪ ਹੀ ਵਡਿਆਈ ਬਖਸ਼ਿਸ਼ ਕਰਨ ਵਾਲਾ ਹੈ। ਗੁਰਮੁਖ ਆਪੇ ਦੇ ਵਡਿਆਈ, ਉਹ ਗੁਰਮੁਖਾਂ ਨੂੰ ਆਪ ਹੀ ਵਡਿਆਈ ਬਖਸ਼ ਕੇ ਨਿਵਾਜਦਾ ਹੈ। ਰੈਣ ਅੰਧਾਰੀ ਨਿਰਮਲ ਜੋਤ। ਮਨੁੱਖੀ ਜ਼ਿੰਦਗੀ ਰੂਪੀ ਰਾਤ ਹਨੇਰੀ ਰਾਤ ਹੈ। ਅਵਿਦਿਆ ਤੇ ਅਗਿਆਨਤਾ ਦਾ ਹਨੇਰਾ ਇਸ ਮਨੁੱਖੀ ਜੀਵਨ 'ਚ। ਇਹਦੇ ਵਿੱਚ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਨਿਰਮਲ ਜੋਤ ਹੈ, ਜਿਸ ਦੇ ਪ੍ਰਕਾਸ਼ਣੇ ਕਰਕੇ ਜ਼ਿੰਦਗੀ ਚੱਲ ਰਹੀ ਹੈ। ਸਾਡਾ ਇਹ ਜੀਵਨ ਚੱਲ ਰਿਹਾ ਤਾਂ ਉਹਦਾ ਇੱਕੋ ਇੱਕ ਮੂਲ ਕਾਰਨ ਹੈ ਕਿ ਅਕਾਲ ਪੁਰਖ ਪਰਮੇਸ਼ਰ ਦੀ ਨਿਰਮਲ ਜੋਤ ਸਾਡੇ ਇਸ ਜੀਵਨ ਦੇ ਵਿੱਚ ਹੈ।
ਉਹਦੀ ਜੋਤ ਤੋਂ ਬਿਨਾਂ ਇਹ ਜੀਵਨ ਨਹੀਂ ਚੱਲ ਸਕਦਾ। ਪਰ ਇਸ ਜੀਵਨ ਵਿੱਚ ਅੰਧਕਾਰ ਵੀ ਹੈ, ਅਵਿਦਿਆ ਵੀ ਹੈ, ਅਗਿਆਨਤਾ ਦਾ ਹਨੇਰਾ ਵੀ ਹੈ। ਨਾਮ ਬਿਨਾ ਝੂਠੇ ਕੁਚਲ ਕਛੂਤ। ਪਾਤਸ਼ਾਹ ਕਹਿੰਦੇ ਜੇ ਨਾਮ ਨਹੀਂ ਨਾ ਜਪਦੇ ਤੇ ਨਾਮ ਤੋਂ ਬਿਨਾ ਪਵਿੱਤਰ ਹਾਂ। ਕੁਚਲ ਕਛੋਤ ਦਾ ਮਤਲਬ ਹੁੰਦਾ ਹੈ, ਕਛੋਤ ਉਹਨਾਂ ਨੂੰ ਕਹਿ ਦਿੰਦੇ ਆ ਵੀ ਜਿਨ੍ਹਾਂ ਤੋਂ ਛੂਆ ਛਾਤ ਤੋਂ ਬੰਦੇ ਹੁੰਦੇ ਆ ਨਾ, ਵੀ ਇਹਦਾ ਹੱਥ ਨਾ ਲੱਗੇ, ਇਹ ਪਵਿੱਤਰ ਹੈ। ਜਿਵੇਂ ਮੁਰਦੇ ਨੂੰ ਛੂਆ ਛਾਤ ਕਰਕੇ ਬੰਦਾ ਕੋਈ ਹੱਥ ਲਾ ਲਵੇ ਤੇ ਸਣੇ ਕੱਪੜੇ ਨਹਾਉਂਦਾ। ਪਾਤਸ਼ਾਹ ਕਹਿੰਦੇ ਜਿਹੜੇ ਨਾਮ ਵਿਹੂਣੇ ਬੰਦੇ ਨੇ ਨਾ, ਉਹ ਅਸਲ ਵਿੱਚ ਕੁਚਲ ਕਛੋਤ ਨੇ, ਅਪਵਿੱਤਰ ਨੇ। ਜੇ ਉਹਨਾਂ ਦੇ ਦਰਸ਼ਨ ਵੀ ਕਰੋਗੇ ਤੇ ਤਾਂ ਵੀ ਅਪਵਿੱਤਰ ਹੋ ਜਾਓਗੇ। ਉਹਨਾਂ ਦੇ ਨਾਲ ਸੰਗ ਕਰਨਾ ਤਾਂ ਕਿਤੇ ਰਿਹਾ, ਜੇ ਵੇਖ ਲੋਗੇ ਤਾਂ ਵੀ ਅਪਵਿੱਤਰ ਹੋ ਜਾਓਗੇ। ਇਹੋ ਜਿਹੇ ਨਾਮ ਵਿਹੂਣੇ ਬੰਦੇ ਅਪਵਿੱਤਰ ਨੇ। ਆਮ ਕਰਕੇ ਲੋਕ ਛੂਆ ਛਾਤ ਦਾ ਬੜਾ ਵਹਿਮ ਭਰਮ ਰੱਖਦੇ ਆ, ਬਰਾਦਰੀਵਾਦ ਦਾ ਬੜਾ ਵਹਿਮ ਭਰਮ ਰੱਖਦੇ ਆ, ਜਾਂ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਛੂਆ ਛਾਤ ਵਾਲੀਆਂ, ਉਹਨਾਂ ਦਾ ਵਹਿਮ ਭਰਮ ਰੱਖਦੇ ਆ। ਪਾਤਸ਼ਾਹ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਤੋਂ ਰੱਖੋ ਦੂਰੀ। ਛੂਆ ਛਾਤ ਦਾ ਵਹਿਮ ਜੇ ਰੱਖਣਾ ਤਾਂ ਉਹਨਾਂ ਤੋਂ ਰੱਖੋ, ਵੀ ਉਹਨਾਂ ਤੋਂ ਦੂਰ ਹੀ ਰਹੋ। ਜਿਹੜੇ ਨਾਮ ਨਹੀਂ ਜਪਦੇ ਉਹ ਅਪਵਿੱਤਰ ਨੇ, ਉਹ ਕੁਚਲ ਕਛੋਤ ਨੇ। ਸਭ ਤੋਂ ਨੀਚ ਬਿਰਤੀ ਦੇ ਲੋਕ ਨੇ ਉਹ ਜਿਹੜੇ ਪਰਮੇਸ਼ਰ ਦੇ ਭਜਨ ਤੋਂ ਵਿਹੂਣੇ ਆ। ਜੇ ਕੋਈ ਪੁੱਛੇ ਵੀ ਮਾਨਸ ਜਾਤੀ ਦੇ ਵਿੱਚ ਸਭ ਤੋਂ ਨੀਚ ਕੌਣ ਹੈ, ਤਾਂ ਇੱਥੇ ਤੇ ਲੋਕਾਂ ਨੇ ਜਾਤੀਆਂ ਬਣਾਈਆਂ ਹੋਈਆਂ ਨੇ ਨਾ, ਉੱਚੀਆਂ ਨੀਵੀਆਂ, ਵੀ ਇਹ ਉੱਚੀ ਜਾਤੀ ਦਾ ਤੇ ਨੀਚ ਜਾਤੀ ਦਾ। ਪਰ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਨੀਚ ਉਹ ਮਨੁੱਖ ਹੈ, ਭਾਵੇਂ ਬਾਹਮਣਾਂ ਦੇ ਘਰੇ ਕਿਉਂ ਨਾ ਜੰਮਿਆ ਹੋਵੇ, ਜਿਹੜਾ ਪਰਮੇਸ਼ਰ ਦੇ ਭਜਨ ਤੋਂ ਵਿਹੂਣਾ, ਉਹਦੇ ਨਾਮ ਤੋਂ ਵਿਹੂਣਾ। ਉਹਦੇ ਨਾਮ ਤੋਂ ਬਿਨਾਂ ਅਪਵਿੱਤਰਤਾ ਨਹੀਂ ਜਾਂਦੀ। ਉਦੋਂ ਪਵਿੱਤਰ ਹੋਈਦਾ ਜਦੋਂ ਉਹਦੇ ਨਾਮ ਦੀ ਸਾਧਨਾ ਕਰੀਏ। ਨਾਮ ਤੋਂ ਬਿਨਾਂ, ਨਾਮ ਬਿਨਾਂ ਝੂਠੇ ਵੀ ਨੇ, ਕੁਚਲ ਮਾੜੇ ਚਾਲ ਚੱਲਣ ਵਾਲੇ, ਕੁਛੋਤ ਅਪਵਿੱਤਰ ਹਨ। ਵੇਦ ਪੁਕਾਰੈ ਭਗਤ ਸਰੋਤ। ਮਹਾਰਾਜ ਜੀ ਕਹਿੰਦੇ ਵੇਦ, ਧਰਮ ਗ੍ਰੰਥ, ਸ਼ਾਸਤਰ ਜਿੰਨੇ ਵੀ ਨੇ, ਸਭ ਇਹੀ ਉਚਾਰਨ ਕਰਕੇ ਕਹਿ ਰਹੇ ਨੇ ਕਿ ਪਰਮੇਸ਼ਰ ਦੀ ਭਗਤੀ ਕਰੋ। ਹੇ ਭਾਈ ਉਹਨਾਂ ਨੂੰ ਸੁਣ, ਧਿਆਨ ਨਾਲ ਸੁਣ, ਕਿ ਸਾਰੇ ਧਰਮ ਗ੍ਰੰਥ ਵੀ ਕਹਿ ਰਹੇ ਨੇ ਕਿ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਰੀ ਮੁਕਤੀ ਨਹੀਂ ਹੋਣੀ, ਤੇਰੀ ਕਲਿਆਣ ਨਹੀਂ ਹੋਣੀ। ਕਹਿੰਦੇ ਵੇਦ ਵੀ ਇਹ ਪੁਕਾਰ ਕੇ ਕਹਿ ਰਹੇ ਨੇ। ਵੇਦ ਪੁਕਾਰੈ ਭਗਤ ਸਰੋਤ, ਕਿ ਭਗਤੀ ਕਰੋ ਪਰਮੇਸ਼ਰ ਦੀ। ਉਹ ਕਹਿੰਦੇ ਮੂਲ ਹੈ ਭਗਤੀ, ਪ੍ਰਭੂ ਦੀ ਜਿਹੜੀ ਭਗਤੀ ਹੈ ਇਹ ਮੂਲ ਹੈ, ਜੜ ਹੈ। ਇਹਦੇ ਤੋਂ ਹੀ ਸਾਰੇ ਸ਼ੁਭ ਗੁਣ ਪੈਦਾ ਹੋਣੇ ਨੇ। ਇਸ ਕਰਕੇ ਵੇਦ ਤੇ ਧਰਮ ਗ੍ਰੰਥ ਸ਼ਾਸਤਰ ਵੀ ਭਗਤੀ ਦੀ ਪ੍ਰੇਰਨਾ ਕਰਦੇ ਹਨ। ਸੁਣ ਸੁਣ ਮਨ ਵੇਖੈ ਜੋਤ। ਜਿਹੜੇ ਧਰਮ ਗ੍ਰੰਥਾਂ ਦਾ ਕਹਿਣਾ ਸੁਣ ਕੇ ਮੰਨਦੇ ਨੇ, ਅਸੀਂ ਸੁਣਦੇ ਹਾਂ ਪਰ ਮੰਨਦੇ ਨਹੀਂ ਹਾਂ। ਪਰ ਜਿਹੜੇ ਸੁਣ ਕੇ ਮੰਨ ਲੈਂਦੇ ਐ, ਉਹ ਆਪਣੇ ਅੰਦਰ ਉਸ ਪ੍ਰਮਾਤਮਾ ਦੀ ਜੋਤ ਨੂੰ ਵੇਖ ਲੈਂਦੇ ਐ। ਅਸੀਂ ਇਕੱਲੇ ਸੁਣਨ ਵਾਲੇ ਹਾਂ, ਮੰਨਣ ਵਾਲੇ ਬਹੁਤ ਵਿਰਲੇ ਹੋਣਗੇ। ਤੇ ਜਿਹੜੇ ਸੁਣ ਕੇ ਮੰਨਣਾ ਕਰਦੇ ਨੇ ਹਿਰਦੇ 'ਚ, ਉਹ ਫਿਰ ਆਪਣੇ ਅੰਦਰ ਉਸ ਪਰਮਾਤਮਾ ਦੀ, ਪਰਮੇਸ਼ਰ ਦੀ ਜੋਤ ਨੂੰ ਵੇਖ ਲੈਂਦੇ ਆ। ਸੁਣ ਸੁਣ ਮਨ ਵੇਖੈ ਜੋਤ। ਜਿਹੜੇ ਸੁਣ ਕੇ ਮੰਨ ਲੈਂਦੇ ਨੇ, ਉਹ ਆਪਣੇ ਅੰਦਰ ਉਸ ਪ੍ਰਮਾਤਮਾ ਦੀ ਜੋਤ ਦੇ ਦਰਸ਼ਨ ਕਰ ਲੈਂਦੇ ਹਨ। ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ। ਸ਼ਾਸਤਰ, ਸਿਮਰਤੀਆਂ, ਪੁਰਾਣ ਸਭ ਪਰਮੇਸ਼ਰ ਦਾ ਨਾਮ ਹੀ ਦ੍ਰਿੜ ਕਰਾ ਰਹੇ ਨੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ।
ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਸਿਮਰਤੀਆਂ ਸ਼ਾਸਤਰ ਵੇਦ ਸਭ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਦ੍ਰਿੜ ਕਰਾ ਰਹੇ ਨੇ। ਸਭ ਇਹੀ ਕਹਿ ਰਹੇ ਨੇ ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ। ਨਾਮ ਜਪੋ ਭਾਈ, ਨਾਮ ਜਪੇ ਬਿਨਾ ਤੇਰੀ ਕਲਿਆਣ ਨਹੀਂ ਹੋਣੀ। ਨਾਮ ਦੀ ਸਾਧਨਾ ਤੋਂ ਬਿਨਾ ਤੇਰੇ ਹਿਰਦੇ ਨੂੰ ਟਿਕਾ ਨਹੀਂ ਮਿਲਣਾ। ਨਾਮ ਦੀ ਸਾਧਨਾ ਤੋਂ ਬਿਨਾ ਤੇਰੇ ਜੀਵਨ ਵਿੱਚ ਤੈਨੂੰ ਮੁਕਤੀ ਦਾ ਅਨੁਭਵ ਨਹੀਂ ਹੋਣਾ। ਨਾਮ ਦੀ ਕਮਾਈ ਬਿਨਾ ਤੈਨੂੰ ਆਪਣੀ ਆਤਮਾ ਦਾ ਸਾਖਸ਼ਾਤਕਾਰ ਨਹੀਂ ਹੋਣਾ। ਨਾਮ ਦੀ ਕਮਾਈ ਤੋਂ ਬਿਨਾ ਤੈਨੂੰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਸਮੀਪਤਾ ਮਹਿਸੂਸ ਨਹੀਂ ਹੋਣੀ। ਇਸ ਕਰਕੇ ਸੱਜਣਾ ਨਾਮ ਜਪ। ਸਾਰੀਆਂ ਸਿਮਰਤੀਆਂ, ਸਾਰੇ ਸ਼ਾਸਤਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ ਅੱਖਰ ਪੁਕਾਰ ਪੁਕਾਰ ਕੇ ਕਹਿ ਰਿਹਾ, ਕੇਵਲ ਨਾਮ ਜਪੋ ਰੇ ਪ੍ਰਾਨੀ, 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 ਕੇਵਲ ਨਾਮ ਜਪੋ ਰੇ ਪ੍ਰਾਣੀ, ਕੇਵਲ ਨਾਮ ਜਪੋ ਰੇ ਪ੍ਰਾਨੀ, ਕੇਵਲ ਨਾਮ ਜਪੋ ਰੇ ਪ੍ਰਾਣੀ, ਕੇਵਲ ਨਾਮ ਜਪੋ ਰੇ ਪ੍ਰਾਣੀ। ਨਾਮ ਜਪੋ, ਨਾਮ ਦੀ ਸਾਧਨਾ ਕਰੋ ਤੇ ਨਾਮ ਹੀ ਦ੍ਰਿੜ ਕਰਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਾਰ-ਬਾਰ ਆਪਣੀ ਅੰਮ੍ਰਿਤ ਬਾਣੀ ਦੇ ਉਪਦੇਸ਼ ਦੁਆਰਾ, ਹਰ ਸ਼ਬਦ ਦੁਆਰਾ, ਹਰ ਅੱਖਰ ਦੁਆਰਾ ਉਪਦੇਸ਼ ਦੇ ਕੇ ਨਾਮ ਦੀ ਸਾਧਨਾ ਕਰਨ ਦਾ ਹੁਕਮ ਕਰਦੇ ਹਨ। ਗੁਰਮੁਖ ਸ਼ਾਂਤ ਊਤਮ ਕਰਾਮੰ, ਗੁਰਮੁਖ ਨਾਮ ਜਪ ਕੇ ਸ਼ਾਂਤ ਹੋ ਜਾਂਦੇ, ਉਹਨਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਔਰ ਉਹਨਾਂ ਦੇ ਜਿਤਨੇ ਕਰਮ ਨੇ ਉੱਤਮ ਹੋ ਜਾਂਦੇ ਆ। ਉੱਤਮ ਕਰਾਮੰ, ਉੱਤਮ ਕਰਮ ਕਰਦੇ, ਨੀਚ ਕਰਮ ਨਹੀਂ ਕਰਦੇ ਗੁਰਮੁਖ। ਜਿਹੜੇ ਨਾਮ ਦੀ ਸਾਧਨਾ ਕਰਨ ਵਾਲੇ ਹਿਰਦੇ ਕਰਕੇ ਸ਼ਾਂਤ ਹੋ ਗਏ, ਫਿਰ ਉਹਨਾਂ ਦੇ ਕਰਮ ਵੀ ਉੱਤਮ ਨੇ, ਉਹ ਭਲੇ ਕਰਮ ਕਰਦੇ, ਉੱਤਮ ਕਰਮ ਕਰਦੇ। ਦੂਸਰਾ ਅਰਥ ਕਰਾਮੰਗ ਦਾ ਅਰਥ ਮਹਾਂਪੁਰਖਾਂ ਨੇ ਬਾਣੀ ਵੀ ਕੀਤਾ, ਕਲਾਮ। ਆਪਾਂ ਬਾਣੀ ਕਹਿ ਦਿੰਦੇ ਆ, ਫਾਰਸੀ 'ਚ ਕਲਾਮ ਕਹਿ ਦਿੰਦੇ ਆ। ਗੁਰਮੁਖਾਂ ਦਾ ਹਿਰਦਾ ਜਿੱਥੇ ਸ਼ਾਂਤ ਹੁੰਦਾ, ਉੱਥੇ ਉਹਨਾਂ ਦੀ ਜਿਹੜੀ ਕਲਾਮ ਹੈ ਉਹ ਵੀ ਉੱਤਮ ਹੁੰਦੀ। ਜੋ ਬਾਣੀ ਬੋਲਦੇ ਨੇ ਆਪਣੇ ਮੁਖੋਂ ਉੱਤਮ ਬਾਣੀ ਬੋਲਦੇ। ਜਿਸ ਉੱਤਮ ਬਾਣੀ ਦੇ ਸਦਕਾ ਜੀਵਾਂ ਦਾ ਭਲਾ ਹੁੰਦਾ, ਜੀਵਾਂ ਦੀ ਕਲਿਆਣ ਹੁੰਦੀ, ਅਨੇਕ ਜੀਵਾਂ ਦਾ ਪਾਰ ਉਤਾਰਾ ਹੁੰਦਾ। ਐਸੇ ਅੰਮ੍ਰਿਤ ਬੋਲ ਉਹ ਗੁਰਮੁਖ ਜਨ ਆਪਣੀ ਰਸਨਾ ਤੋਂ ਬੋਲਦੇ ਹਨ। ਮਨਮੁਖ ਜੋਨੀ ਦੁਖ ਸਹਾਮੰ, ਜਿਹੜੇ ਮਨਮੁਖ ਨੇ ਉਹ ਬਹੁਤੀਆਂ ਜੋਨੀਆਂ 'ਚ ਪਏ ਦੁੱਖ ਹੀ ਸਹਿੜਦੇ। ਮਨਮੁਖ ਜੋਨੀ ਦੁਖ ਸਹਾਮੰ, ਮਨਮੁਖ ਜੋਨੀਆਂ 'ਚ ਪਏ ਦੁੱਖ ਭੋਗਦੇ ਐ। ਇੱਕ ਜਨਮ ਦਾ ਨਹੀਂ, ਕਈ ਜੂਨੀਆਂ ਵਿੱਚੋਂ ਭਟਕਦੇ ਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਈ ਜੂਨੀਆਂ ਵਿੱਚ ਉਹਨਾਂ ਨੂੰ ਭਟਕਣਾ ਪੈਂਦਾ ਹੈ, ਇੱਕ ਜੂਨੀ 'ਚ ਨਹੀਂ। ਮਾਨਵਕ ਜੋਨੀ ਦੁੱਖ ਸਹਾਮੰ, ਉਹ ਦੁੱਖਾਂ ਨੂੰ ਸਹੇੜਦੇ ਨੇ, ਮਾਨਵਕ ਜੂਨੀਆਂ ਵਿੱਚ ਭਟਕਦੇ ਹਨ। ਬੰਧਨ ਟੂਟੇ ਇੱਕ ਨਾਮ ਵਸਾਮੰ, ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਇੱਕ ਨਾਮ ਵਸ ਜਾਂਦਾ ਹੈ, ਉਹਨਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਆ। ਜਿਨ੍ਹਾਂ ਦੇ ਹਿਰਦਿਆਂ 'ਚ ਨਾਮ ਵਸ ਗਿਆ, ਉਹ ਫਿਰ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ। ਸਤਿਗੁਰੂ ਜੀ ਦਾ ਨਾਮ ਉਹਨਾਂ ਨੂੰ ਬੰਧਨ ਮੁਕਤ ਕਰ ਦਿੰਦਾ, ਕਿਉਂਕਿ ਨਾਮ ਹੀ ਮੁਕਤੀ ਦੇਣ ਵਾਲਾ ਹੈ। ਪਹਿਲਾਂ ਵੀ ਜਿੰਨੇ ਤਰੇ, ਚਾਹੇ ਸਤਯੁਗ ਸੀ, ਤ੍ਰੇਤਾ ਸੀ, ਦੁਆਪਰ ਸੀ, ਜਿੰਨੇ ਉਹਨਾਂ ਯੁੱਗਾਂ 'ਚ ਤਰੇ ਨਾਮ ਦੀ ਬਦੌਲਤ ਹੀ ਮੁਕਤ ਹੋਏ, ਤੇ ਜਿੰਨੇ ਹੁਣ ਮੁਕਤ ਹੋ ਰਹੇ ਨੇ ਨਾਮ ਦੀ ਬਦੌਲਤ ਹੀ ਮੁਕਤ ਹੋ ਰਹੇ ਨੇ, ਤੇ ਜਿੰਨੇ ਆਉਣ ਵਾਲੇ ਸਮੇਂ 'ਚ ਮੁਕਤ ਹੋਣਗੇ ਉਹਨਾਂ ਨੂੰ ਵੀ ਨਾਮ ਨੇ ਮੁਕਤ ਕਰਨਾ ਹੈ। ਬਿਨਾਂ ਨਾਮ ਤੋਂ ਮੁਕਤੀ ਹੋ ਹੀ ਨਹੀਂ ਸਕਦੀ। ਇਸ ਕਰਕੇ ਜਿਨ੍ਹਾਂ ਦੇ ਹਿਰਦਿਆਂ 'ਚ ਹਰੀ ਦਾ ਨਾਮ ਵਸਦਾ ਹੈ, ਉਹ ਮੁਕਤ ਹੋ ਜਾਂਦੇ ਹਨ। ਬੰਧਨ ਟੂਟੇ ਇੱਕ ਨਾਮ ਵਸਾਮੰ,
ਜਿਨ੍ਹਾਂ ਦੇ ਹਿਰਦਿਆਂ 'ਚ ਇੱਕ ਨਾਮ ਵਸ ਜਾਂਦਾ ਹੈ, ਉਹਨਾਂ ਦੇ ਬੰਧਨ ਟੁੱਟ ਜਾਂਦੇ ਹਨ। ਮੰਨੇ ਨਾਮ ਸੱਚੇ ਪਤ ਪੂਜਾ। ਇਹ ਭਾਈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ 'ਚ ਮੰਨਦੇ ਨੇ, ਉਹਨਾਂ ਦੀ ਪਤ ਸੱਚੀ ਹੈ। ਤੇ ਨਾਮ ਦੇ ਮਨਨ ਕਰਨ ਵਾਲਿਆਂ ਦੀ ਪੂਜਾ ਵੀ ਹੁੰਦੀ ਸੰਸਾਰ 'ਚ। ਜਿਹੜੇ ਨਾਮ ਦਾ ਜਾਪ ਜਪਦੇ ਆ, ਨਾਮ ਦੀ ਸਾਧਨਾ ਕਰਦੇ ਆ, ਉਹ ਸੰਸਾਰ 'ਚ ਪੂਜੇ ਜਾਂਦੇ ਆ, ਉਹਨਾਂ ਦਾ ਸਨਮਾਨ ਹੁੰਦਾ ਸੰਸਾਰ 'ਚ। ਕਬੀਰ ਜੀ, ਰਵਿਦਾਸ ਜੀ ਜੈਸੇ ਮਹਾਂਪੁਰਖ ਇਸੇ ਕਰਕੇ ਸਨਮਾਨੇ ਜਾਂਦੇ ਕਿਉਂਕਿ ਨਾਮ ਦੀ ਕਮਾਈ ਕੀਤੀ ਉਹਨਾਂ ਮਹਾਂਪੁਰਖਾਂ। ਹਾਂਜੀ। ਕਿਸ ਵੇਖਾ ਨਾਹੀ ਕੋ ਦੂਜਾ। ਕਹਿੰਦੇ ਕਿਹਨੂੰ ਵੇਖੀਏ, ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ, ਹੈ ਹੀ ਉਹ। ਭਾਈ ਕਨਈਆ ਸਾਹਿਬ ਕਹਿੰਦੇ ਮਹਾਰਾਜ ਤੁਹਾਡੇ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ, ਮੈਂ ਵੇਖਾਂ ਕਿਹਨੂੰ। ਮੈਨੂੰ ਨਹੀਂ ਕੋਈ ਦਿਸਦਾ ਮੁਸਲਮਾਨ ਪਹਾੜੀ, ਮੈਨੂੰ ਤਾਂ ਸਾਰਿਆਂ ਵਿੱਚ ਬਾਜਾਂ ਵਾਲੇ ਸੁਆਮੀ ਜੀ ਤੁਸੀਂ ਦਿਸਦੇ ਜੇ। ਕਿਸ ਵੇਖਾਂ ਨਾਹੀ ਕੋ ਦੂਜਾ, ਤੁਹਾਡੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਪਾਤਸ਼ਾਹ, ਹੋਰ ਕਿਸ ਨੂੰ ਵੇਖਾਂ। ਦੇਖ ਕਹੋ ਭਾਵੈ ਮਨ ਸੋਈ। ਕਹਿੰਦੇ ਮੈਂ ਵੇਖ ਕੇ ਕਹਿੰਦਾ ਹਾਂ, ਤੇ ਮਹਾਰਾਜ ਜੀ ਤੁਹਾਡੇ ਮਨ ਨੂੰ ਜੋ ਪਾਉਂਦਾ ਉਹੀ ਕਹਿੰਦਾ ਹਾਂ, ਆਪਣੀ ਮਰਜ਼ੀ ਨਾਲ ਵੀ ਨਹੀਂ ਕਹਿੰਦਾ, ਉਹੀ ਕਹਿ ਰਿਹਾ ਜੋ ਤੁਹਾਨੂੰ ਪਾਉਂਦਾ ਹੈ। ਨਾਨਕ ਕਹੈ ਅਵਰ ਨਹੀਂ ਕੋਈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੋਂ ਬਿਨਾਂ ਅਵਰ ਕੋਈ ਹੋਰ ਦੂਜਾ ਹੈ ਹੀ ਨਹੀਂ, ਉਹੀ ਹੈ, ਉਹਦੇ ਬਿਨਾਂ ਕੋਈ ਦੂਜਾ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ 'ਚ ਵਸ ਜਾਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।